ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਕਰੰਟ ਅਫੇਅਰ ਦੀ ਆਪਣੀ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਹੁਣ ਤੱਕ 2 ਲੈਕਚਰ ਆਪਾਂ ਦੇਖ ਚੁੱਕੇ ਹਾਂ ਫਰਵਰੀ ਦੇ। ਛੋਟੇ ਛੋਟੇ ਲੈਕਚਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿ ਤੁਹਾਡੇ ਲਈ ਦੇਖਣਾ ਵੀ ਈਜ਼ੀ ਰਹੇ ਤੇ ਇਸੇ ਬਹਾਨੇ ਆਪਣੇ ਸਵਾਲ ਵੀ ਕਵਰ ਹੁੰਦੇ ਰਹਿਣ, ਜਿਹੜੇ ਚੰਗੇ ਚੰਗੇ ਸਵਾਲ ਉਸ ਮੰਥ ਦੇ ਵਿੱਚ ਆਏ ਹੋਣਗੇ। ਅੱਗੇ ਚੱਲਦੇ ਹਾਂ। ਸਵਾਲ ਨੰਬਰ ਅੱਜ ਦਾ ਆਪਣਾ ਜਿਹੜਾ ਪਹਿਲਾ ਦੈਟ ਇਜ਼ 25ਵਾਂ ਸਵਾਲ ਆ। ਸਵਾਲ ਕੀ ਕਹਿੰਦਾ ਹੈ? ਕਹਿੰਦਾ ਐਜ਼ ਪਰ new study conducted by international team what is the total number of trees still undiscovered? ਛੱਡੋ ਇਸ ਗੱਲ ਨੂੰ, ਸਮਝਣੇ ਵਾਲਾ ਗੱਲ ਕੀ ਹੈ। 100 ਸਾਇੰਟਿਸਟ ਨੇ, ਠੀਕ ਹੈ, ਉਹਨਾਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਇੱਕ ਸਟੱਡੀ ਕੀਤੀ, ਜਾਂ ਤੁਸੀਂ ਕਹਿ ਲਓ ਕਿ ਇੱਕ ਸਰਵੇ ਜਿਹਾ ਕਰਿਆ। ਉਹਦੇ ਵਿੱਚ ਉਹਨਾਂ ਨੇ ਕੀ ਸਰਵੇ ਤੋਂ ਬਾਹਰ ਕੱਢਿਆ? ਕਹਿੰਦਾ ਧਰਤੀ ਦੇ ਉੱਤੇ ਜਿਹੜੀ ਕੁੱਲ ਰੁੱਖਾਂ ਦੀ ਗਿਣਤੀ ਹੈ, ਕੁੱਲ ਰੁੱਖ ਇਹ ਨਹੀਂ ਹੈਗਾ ਵੀ ਸਾਰਿਆਂ ਦੀ ਗਿਣਤੀ ਕਰ ਲਈਏ, ਸਪੀਸ਼ੀਜ਼ ਵੱਖਰੇ ਵੱਖਰੇ, ਜਿਵੇਂ ਇੱਕ ਪਿੱਪਲ ਹੈ, ਇੱਕ ਕੋਈ ਜਾਂ ਡੇਕ ਹੈ ਜਾਂ ਕੋਈ ਹੋਰ ਹੈ, ਐਵੇਂ ਸਪੀਸ਼ੀਜ਼ ਦੀ ਗੱਲ ਕਰਦੇ ਆ। ਕਹਿੰਦਾ ਉਹ ਲਗਭਗ 73,000 ਹੈ। ਇਹਨਾਂ ਦਾ ਕਹਿਣਾ, ਇਹ ਜਿਹੜੇ 100 ਸਾਇੰਟਿਸਟਾਂ ਨੇ ਰਲ ਕੇ ਸਟੱਡੀ ਕਰੀ ਹੈ, ਉਹਦੇ ਵਿੱਚੋਂ ਕਹਿੰਦਾ 9200 ਰੁੱਖ ਇਹੋ ਜਿਹੇ ਨੇ, ਇਹਨਾਂ ਨੇ ਬੋਲਿਆ ਕਿ ਜਿਹੜੇ ਰੁੱਖ ਹਾਲੇ ਤੱਕ ਅਨਆਇਡੈਂਟੀਫਾਈਡ ਨੇ, ਮਤਲਬ ਉਹਨਾਂ ਦੇ ਬਾਰੇ ਜਾਣਕਾਰੀ ਸਾਨੂੰ ਨਹੀਂ ਹੈਗੀ, ਰਹੱਸਮਈ ਨੇ, ਅਣਡਿੱਠ ਨੇ, ਨਹੀਂ ਪਤਾ ਉਹਦੇ ਬਾਰੇ ਕੁਛ। ਪਹਿਲੀ ਗੱਲ ਜਿਹੜੀ ਤੁਹਾਨੂੰ ਇੱਥੋਂ ਨੋਟ ਕਰਨ ਵਾਲੀ ਹੈ ਕਿ ਸਟੱਡੀ ਚੋਂ ਕੀ ਨਿਕਲਿਆ। ਦੂਜੀ ਗੱਲ ਇੰਪੋਰਟੈਂਟ, ਹੁਣ ਇਸ ਚੀਜ਼ ਨੂੰ ਲੈ ਕੇ ਸਵਾਲ ਬਣਨ ਦੇ ਫੁੱਲ ਚਾਂਸਸ ਹੈ ਕਿ ਬਣ ਸਕਦਾ। ਜੇ ਆਪਾਂ ਕੰਟੀਨੈਂਟਸ ਦੇ ਹਿਸਾਬ ਨਾਲ ਦੇਖੀਏ, ਜਿਵੇਂ ਏਸ਼ੀਆ ਹੋ ਗਿਆ, ਯੂਰਪ ਹੋ ਗਿਆ, ਨਾਰਥ ਦੱਖਣੀ, ਜਾਂ ਫਿਰ ਆਪਾਂ ਕਹਿ ਲਈਏ ਸਾਊਥ ਅਮਰੀਕਾ, ਦੱਖਣੀ ਅਮਰੀਕਾ ਤੇ ਉੱਤਰੀ ਅਮਰੀਕਾ ਹੋ ਗਿਆ, ਅਫਰੀਕਾ ਹੋ ਗਿਆ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਦਰਖਤ ਜਿਹੜੇ ਹੈਗੇ ਨੇ, ਰੁੱਖ ਨੇ, ਇਹ ਕਿਹੜੇ ਦੇ ਵਿੱਚ ਜ਼ਿਆਦਾ ਨੇ, ਕਿਹੜੇ ਕੰਟੀਨੈਂਟ ਦੇ ਵਿੱਚ ਵੱਧ ਨੇ, ਕੀ 'ਚ ਘੱਟ ਨੇ, ਕੀ 'ਚ ਉਤੋਂ ਘੱਟ ਨੇ, ਤੋਂ ਸੀਕੁਐਂਸ ਵੀ ਲਵਾਈ ਜਾ ਸਕਦੀ ਹੈ, ਜ਼ਿਆਦਾ ਵਾਲਾ ਇਕੱਲਾ ਵੀ ਪੁੱਛਿਆ ਜਾ ਸਕਦਾ। ਉਹ ਚੀਜ਼ ਨੂੰ ਆਪਾਂ ਦੇਖਦੇ ਹਾਂ ਕਿ ਕਿਵੇਂ ਕਰ ਸਕਦੇ ਹਾਂ। ਇਹਦੇ ਵਿੱਚ ਲਗਭਗ 43%, 100 ਚੋਂ 43 ਕੱਢ ਲਓ ਕਿ 50 ਦੇ ਨੇੜੇ ਤੇੜੀ ਹੋ ਗਿਆ, ਅੱਧਾ ਹੀ ਹੋ ਗਿਆ। ਇਹ ਤਾਂ ਇਕੱਲੇ ਦੱਖਣੀ ਅਮਰੀਕਾ 'ਚ ਨੇ। ਦੱਖਣੀ ਅਮਰੀਕਾ 'ਚ ਕਿਹੜੇ ਆ ਜਾਂਦੇ ਨੇ? ਜਿਵੇਂ ਤੁਹਾਡੇ ਦੇਸ਼ ਆਪਾਂ ਗੱਲ ਕਰ ਲਈਏ, ਬ੍ਰਾਜ਼ੀਲ ਹੋ ਗਿਆ, ਉੱਥੇ ਸਭ ਤੋਂ ਵੱਡਾ ਦੇਸ਼, ਅਰਜਨਟੀਨਾ ਹੋ ਗਿਆ, ਹੈ ਨਾ, ਪੇਰੂ ਹੋ ਗਿਆ, ਆ ਤੁਹਾਡਾ ਐਮਾਜ਼ੋਨ ਫੋਰੈਸਟ ਉੱਥੇ ਤਾਂ ਹੈ ਸਾਰਾ ਹਿਸਾਬ ਕਿਤਾਬ, ਤਾਂ ਹੀ ਉੱਥੇ ਸਭ ਤੋਂ ਵੱਧ ਦਰਖਤ ਨੇ, ਯਾਦ ਰੱਖਿਓ। ਦੂਜਾ ਯੂਰਪ ਦਾ ਆਉਂਦਾ, ਲਗਭਗ 22% ਯੂਰਪ 'ਚ ਨੇ। ਅਫਰੀਕਾ ਦੇ ਵਿੱਚ ਤੀਜੇ ਨੰਬਰ ਤੇ 16। ਤਾਂ ਆਹ ਥੋੜੀ ਜਿਹੀ ਸੀਕੁਐਂਸ ਯਾਦ ਰੱਖ ਲਿਓ। ਜੀਓਗ੍ਰਾਫੀ ਦੇ ਪੁਆਇੰਟ, ਭੂਗੋਲ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਸਵਾਲ ਇਹ ਹੋ ਸਕਦਾ ਕਿ ਸੀਰੀਜ਼ 'ਚ ਲਾਓ ਜਾਂ ਫਿਰ ਇਕੱਲਾ ਵੀ ਪੁੱਛ ਸਕਦੇ ਨੇ ਸਭ ਤੋਂ ਵੱਧ ਕਿਹਦੇ 'ਚ ਨੇ। ਬਾਕੀ ਦਾ ਇਹ 'ਚ ਬਾਹਲਾ ਸਟੱਡੀ 'ਚੋਂ ਕੁਛ ਐਵੇਂ ਕੱਢਣ ਪਾਉਣ ਵਾਲਾ ਕੁਛ ਨਹੀਂ। 73,000 9200 ਜਿਹੜੇ ਇਹੋ ਜਿਹੇ ਨੇ ਅਨਆਇਡੈਂਟੀਫਾਈਡ ਨੇ, ਹਾਲੇ ਤੱਕ ਰਹੱਸਮਈ ਨੇ, ਨਹੀਂ ਪਤਾ। ਤੇ ਆਹ ਸੀਕੁਐਂਸ ਜ਼ਰੂਰ ਪਤਾ ਹੋਵੇ ਤੁਹਾਨੂੰ। ਅੱਗੇ ਚੱਲਦੇ ਹਾਂ ਅਗਲੇ ਸਵਾਲ ਤੇ। ਜੇ ਆਪਾਂ ਗੱਲ ਕਰੀਏ, ਨੈਕਸਟ ਕੁਐਸਚਨ ਜਿਹੜਾ ਮੇਰੇ ਕੋਲੇ ਹੈਗਾ ਕਵਚ ਨੂੰ ਲੈ ਕੇ ਹੈ। ਇਹਦਾ ਕੀ ਆਬਜੈਕਟਿਵ ਆ? ਇੰਡੀਅਨ ਰੇਲਵੇਜ਼ ਨੇ ਇਹ ਹੁਣੇ ਰਿਲੀਜ਼ ਕੀਤਾ, ਕਵਚ ਅਨਾਊਂਸ ਕੀਤਾ। ਕਵਚ ਇਹ ਕੀ ਚੀਜ਼ ਹੈ? ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਕਿ ਬੜੀ ਇਹ ਮੰਦਭਾਗਾ, ਇੰਨੇ ਸਾਲ ਹੋਣ ਦੇ ਬਾਵਜੂਦ ਵੀ ਹੱਲੇ ਵੀ ਸਾਡੀਆਂ ਟ੍ਰੇਨਸ ਆਪਸ 'ਚ ਟਕਰਾ ਜਾਂਦੀਆਂ ਨੇ ਤੇ ਕਲੀਜ਼ਨ ਤੋਂ ਬਾਅਦ ਕਿੰਨੇ ਹਾਦਸੇ ਹੁੰਦੇ ਨੇ। ਇਸੇ ਹਾਦਸਿਆਂ ਨੂੰ ਕੰਟਰੋਲ ਕਰਨ ਵਾਸਤੇ ਇਹ ਕਵਚ ਟੈਕਨੋਲੋਜੀ ਲਿਆਂਦੀ ਗਈ ਹੈ। ਹੁਣ ਕਈ ਜਗ੍ਹਾ ਦੇ ਉੱਤੇ ਜਾ ਕੇ ਹੁੰਦੀ ਹੈ ਕਿ ਜਿਹੜਾ ਟਰੈਕ ਹੈ ਉਹ ਸਿੰਗਲ ਟਰੈਕ ਹੋ ਜਾਂਦਾ ਇਕੱਲਾ, ਤੇ ਉੱਥੋਂ ਇੱਕ ਟ੍ਰੇਨ ਹੀ ਲੰਘ ਸਕਦੀ ਹੈ, ਪਾਸ ਕਰ ਸਕਦੀ ਹੈ, ਦੂਜੀ ਨੂੰ ਵੇਟ ਕਰਨਾ ਪੈਂਦਾ। ਉਹ ਜਿਹੇ ਕੇਸ ਦੇ ਵਿੱਚ ਜੇ ਇਨਫੋਰਮੇਸ਼ਨ ਦੇਣ ਦੇ ਵਿੱਚ ਥੋੜ੍ਹੀ ਜਿਹੀ ਕੁਤਾਹੀ ਹੋ ਜੇ ਤਾਂ ਭਿੜ ਜਾਂਦੀਆਂ ਨੇ ਟ੍ਰੇਨਾਂ ਆਪਸ 'ਚ। ਇਹਦੇ ਲਈ ਸੌਫਟਵੇਅਰ ਡਿਵੈਲਪ ਕੀਤਾ ਗਿਆ। ਦੋਨਾਂ ਟ੍ਰੇਨਾਂ 'ਚ ਸੌਫਟਵੇਅਰ ਹੋਊਗਾ। ਉਹ ਸੌਫਟਵੇਅਰ ਦੇ ਥਰੂ ਕਿਸੇ ਵੀ ਤਰ੍ਹਾਂ ਦੀ ਕੋਲੀਜ਼ਨ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਆਹੀ ਚੀਜ਼ ਕਵਚ ਹੈ। ਕਵਚ ਪੁੱਛ ਸਕਦੇ ਨੇ ਕਿ ਕਿਹਦੇ ਇਹ ਹੁਣੀ ਇੰਟਰੋਡਿਊਸ ਕੀਤਾ? ਇੰਡੀਅਨ ਰੇਲਵੇਜ਼ ਨੇ ਕੀਤਾ। ਮਕਸਦ ਕੀ ਹੈ ਤੁਹਾਨੂੰ ਮੈਂ ਸਮਝਾਤਾ। ਉਮੀਦ ਕਰਦਾ ਕਿ ਗੱਲ ਕਲੀਅਰ ਹੋਊਗੀ। ਅਗਲੇ ਸਵਾਲ ਵੱਲ ਵੱਧਦੇ ਹਾਂ ਆਪਾਂ। ਸਾਡੇ ਕੋਲੇ ਕਿਹੜੀ ਮਿਨਿਸਟਰੀ ਨੇ ਹੁਣੀ ਲਾਗੂ ਕਰਿਆ ਡਿਜੀਟਲ ਇੰਡੀਆ ਲੈਂਡ ਰਿਕਾਰਡ ਮਾਡਰਨਾਈਜੇਸ਼ਨ ਪ੍ਰੋਗਰਾਮ? ਜਿਵੇਂ ਤੁਸੀਂ ਲਾਲ ਲਕੀਰ ਦਾ ਨਾਮ ਸੁਣਿਆ, ਠੀਕ ਹੈ, ਉਵੇਂ ਦੀ ਮਿਲਦੀ ਜੁਲਦੀ ਸਕੀਮ ਕੀ ਹੈ ਕਿ ਸੈਂਟਰ ਸਰਕਾਰ ਨੇ ਰੱਖਿਆ ਕਿ ਜਿੰਨੀ ਵੀ ਸਾਡੀ ਜ਼ਮੀਨ, ਲੋਕਾਂ ਕੋਲ ਜਿਵੇਂ ਜ਼ਮੀਨਾਂ ਨੇ ਜਾਂ ਕੋਈ ਵੀ ਪ੍ਰੋਪਰਟੀ ਹੈ, ਉਹਦੀ ਡਿਜੀਟਲਾਈਜੇਸ਼ਨ ਹੋਣੀ ਚਾਹੀਦੀ ਹੈ। ਡਿਜੀਟਲੀ ਉਹ ਚੜੀ ਹੋਣੀ ਚਾਹੀਦੀ ਹੈ ਸਾਡੇ ਕੋਲੇ ਵੀ ਕਿਹਦੇ ਨਾਮ ਤੇ ਹੈ, ਕਿੰਨਾ ਏਰੀਆ ਜਿਹੜਾ ਇਹਦੇ ਨਾਮ ਤੇ ਬੋਲ ਰਿਹਾ ਹੈ।
ਇਹਦੇ ਲਈ ਇਹ ਸਾਰਾ ਪ੍ਰੋਗਰਾਮ ਹੈ ਡਿਜੀਟਲ ਇੰਡੀਆ ਲੈਂਡ ਰਿਕਾਰਡ ਮਾਡਰਨਾਈਜੇਸ਼ਨ ਪ੍ਰੋਗਰਾਮ। ਹੁਣ ਇੱਥੋਂ ਬੜੀ ਸਿੰਪਲ ਜੀ ਗੱਲ ਹੈ, ਜੇ ਤੁਸੀਂ ਲੈਂਡ ਨੂੰ ਲੈ ਕੇ ਗੱਲ ਕਰ ਰਹੇ ਹੋ, ਜ਼ਮੀਨਾਂ ਨੂੰ ਲੈ ਕੇ, ਪਿੰਡਾਂ 'ਚ ਹੀ ਨੇ ਜ਼ਿਆਦਾ ਜ਼ਮੀਨਾਂ, ਸ਼ਹਿਰਾਂ 'ਚ ਤਾਂ ਕਿੰਨੀਆਂ ਕਿਨੇ ਜੇ ਆਪਾਂ ਓਵਰਆਲ ਗੱਲ ਕਰੀਏ, ਤਾਂ ਫਿਰ ਕਿਹੜੀ ਮਿਨਿਸਟਰੀ ਹੋ ਸਕਦੀ ਹੈ? ਤਾਂ ਮਿਨਿਸਟਰੀ ਵੀ ਪਿੰਡਾਂ ਵਾਲੀ ਉਹ ਚੱਕੋ, ਤਾਂ ਰੂਰਲ ਡਿਵੈਲਪਮੈਂਟ ਮਿਨਿਸਟਰੀ ਹੈ ਜਿਹਦਾ ਇਹ ਪ੍ਰੋਜੈਕਟ ਹੈ ਜਿਹੜਾ ਇਹਨੂੰ ਇੰਪਲੀਮੈਂਟ ਕਰਨ ਲੱਗਿਆ ਹੋਇਆ। ਲਓ ਜੀ ਅਗਲੇ ਸਵਾਲ ਤੇ ਚੱਲਦੇ ਹਾਂ। ਸਵਾਲ ਨੰਬਰ ਆ ਗਿਆ 28। ਇਹ ਕੀ ਹੈ? ਹੋਹਰ ਸੋਨੇਨਬਲਿਕ ਮਾਊਂਟੇਨ ਦਾ ਨਾਮ ਆ, ਪਹਾੜੀ ਦਾ ਨਾਮ ਹੈ, ਤੇ ਆਹ ਨੈਸ਼ਨਲ ਪਾਰਕ ਹੈ। ਠੀਕ ਹੈ, ਸੌਰੀ ਬਲਿਕ ਮਾਊਂਟੇਨ, ਹਾਂ ਠੀਕ ਹੈ, ਹੋਹੇ ਟੋਇਰਨ, ਹੋਹੇ ਟੋਇਰਨ ਇਹ ਤਾਂ ਹੈਗਾ ਸਾਡੇ ਕੋਲੇ ਨੈਸ਼ਨਲ ਪਾਰਕ ਦਾ ਨਾਮ। ਹੋਹਰ ਸੋਨੇਨਬਲਿਕ ਹੈਗਾ ਮਾਊਂਟੇਨ ਦਾ ਨਾਮ, ਜਿਹੜੀ ਕਿ ਇਸ ਨੈਸ਼ਨਲ ਪਾਰਕ ਦੇ ਵਿੱਚ ਹੈਗੀ ਹੈ। ਪੁੱਛਿਆ ਦਾ ਸਵਾਲ ਇਹੀ ਗਿਆ ਕਿ ਤੁਸੀਂ ਨੇ ਦੱਸਣਾ ਕਿ ਕਿਹੜੇ ਕੰਟਰੀ 'ਚ ਆ ਨੈਸ਼ਨਲ ਪਾਰਕ ਹੋਹੇ ਟੋਇਰਨ। ਬੇਸਿਕਲੀ ਚਲੋ ਇਹ ਤਾਂ ਤੁਸੀਂ ਨੇ ਕੱਢ ਲਿਆ ਕਿ ਇਹ ਆਸਟ੍ਰੇਲੀਆ ਦੇ ਵਿੱਚ ਹੈ, ਵੈਸੇ ਹੀ ਯਾਦ ਕਰਨ ਵਾਲੀ ਚੀਜ਼ ਆ ਰੱਟੇ ਜਿਹੜੀ ਵੀ, ਹਾਂ ਕਿੱਥੇ ਹੈ। ਪਰ ਇਹ ਨਿਊਜ਼ 'ਚ ਕਿਉਂ ਆਇਆ? ਕੁਛ ਤਾਂ ਹੋਇਆ ਹੋਊ, ਕੰਮ ਤਾਂ ਹੈ ਨਹੀਂ ਸਾਡੇ, ਨਿਊਜ਼ 'ਚ ਕਿਉਂ ਆਇਆ? ਪਰ ਉਹ ਚੀਜ਼ ਸਾਨੂੰ ਤਾਂ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਯਾਦ ਰਹਿ ਸਕੇ ਵੀ ਇਹ ਕੀ ਸੀਗਾ, ਹੋਹੇ ਤੇ ਆਸਟ੍ਰੇਲੀਆ ਦੇ ਵਿੱਚ ਹੈਗਾ। ਉਹਦੇ 'ਤੇ ਮੈਂ ਦੱਸਦਾ ਕਿ ਕੀ ਇਹਨੂੰ ਲੈ ਕੇ ਕੀ ਹੋਇਆ। ਇਹ ਬੇਸਿਕਲੀ ਜਿਹੜੀ ਇਹ ਮਾਊਂਟੇਨ ਹੈ, ਇਹਦੇ ਉੱਤੇ ਇੱਕ ਸਟੱਡੀ ਕਰੀ ਗਈ। ਠੀਕ ਹੈ, ਉੱਪਰ ਮਾਊਂਟੇਨ ਲਗਭਗ 3106 ਮੀਟਰ ਉੱਚੀ ਹਾਈਟ ਤੇ ਹੈ, ਐਲਟੀਟਿਊਡ ਤੇ ਹੈ। ਇੱਥੇ ਜਾ ਕੇ ਸਟੱਡੀ ਕਰੀ ਗਈ ਕਿ ਸਾਡੇ ਕੋਲੇ ਜਿਹੜੇ ਨੈਨੋ ਪਲਾਸਟਿਕ ਪਾਰਟੀਕਲਸ ਨੇ, ਛੋਟੇ ਛੋਟੇ ਪਲਾਸਟਿਕ ਦੇ ਕਣ ਨੇ, ਉਹ ਕਣ ਉੱਪਰ ਜਾ ਕੇ ਗਿਣੇ ਗਏ, ਜਾਂ ਤੁਸੀਂ ਕਹਿ ਲਓ ਕਿ ਮੈਜ਼ਰ ਕੀਤੇ ਗਏ ਕਿ ਕਿੰਨੀ ਕੁਆਂਟਿਟੀ ਦੇ ਵਿੱਚ ਉਹ ਕਣ ਨੇ। ਉਹ ਕੁਆਂਟਿਟੀ ਤੋਂ ਇਹਨਾਂ ਨੇ ਕੀ ਅੰਦਾਜ਼ਾ ਲਾਇਆ? ਉਹ ਕੁਆਂਟਿਟੀ ਤੋਂ ਇਹਨਾਂ ਨੇ ਅੰਦਾਜ਼ਾ ਲਾਇਆ ਵੀ ਜਿੰਨੇ ਉਹ ਕਣ ਹੈਗੇ ਨੇ ਉਸ ਨੈਸ਼ਨਲ ਪਾਰਕ ਦੀ ਉਸ ਪਹਾੜੀ ਦੇ 200 ਕਿਲੋਮੀਟਰ ਦੇ ਘੇਰੇ ਦੇ ਵਿੱਚੋਂ ਪੈਦਾ ਹੋਏ ਨੇ। ਮਤਲਬ ਇੰਨੀ ਦੂਰ ਉੱਡ ਕੇ ਉੱਥੇ ਤੱਕ ਪਹੁੰਚ ਗਏ ਹੋਏ ਨੇ। ਠੀਕ ਹੈ, ਉੱਥੋਂ ਫਿਰ ਇਹਨਾਂ ਨੇ ਇਹ ਵੀ ਲਾਇਆ, ਇੱਥੋਂ ਇਹ ਮਾਪਿਆ ਗਿਆ ਕਿ ਲਗਭਗ 10% ਜਿਹੜੇ ਕਣ ਨੇ ਉਹ 2000 ਕਿਲੋਮੀਟਰ ਦੂਰੋਂ ਉੱਡ ਕੇ ਆਏ ਹੋਏ ਨੇ ਹਵਾ ਦੇ ਵਿੱਚੋਂ। ਕਹਿਣ ਦਾ ਮਤਲਬ ਸੀ ਕਿ ਐਨਵਾਇਰਨਮੈਂਟ ਨੂੰ ਲੈ ਕੇ ਉਹਨਾਂ ਨੇ ਕੋਈ ਸਟੱਡੀ ਕੀਤੀ ਇਸ ਜਗ੍ਹਾ ਦੇ ਉੱਤੇ, ਹਾਈਟ ਦੇ ਉੱਤੇ ਬਹਿ ਕੇ, ਕਿ ਪਹਾੜਾਂ 'ਚ ਵੀ ਕਿੰਨਾ ਪ੍ਰਦੂਸ਼ਣ ਹੋ ਰਿਹਾ, ਪਲਾਸਟਿਕ ਪੋਲਿਊਸ਼ਨ ਕੀਤਾ ਜਾ ਰਿਹਾ। ਸਾਡੇ ਕੰਮ ਦਾ ਜਮਾਂ ਨਹੀਂ ਹੈਗਾ, ਕੋਈ ਲੈਣਾ ਦੇਣਾ ਨਹੀਂ ਸਾਨੂੰ ਇਹਦੇ ਨਾਲ। ਬਸ ਇਹ ਸਿਰਫ ਤਾਂ ਪੜ੍ਹ ਰਹੇ ਹਾਂ ਕਿ ਸਾਨੂੰ ਆਹ ਗੱਲ ਯਾਦ ਰਹਿ ਸਕੇ ਵੀ ਜਿਹੜੀ ਇਹ ਸਟੱਡੀ ਕੀਤੀ ਗਈ ਹੈ, ਇਹ ਹੋਏ ਟੋਇਰਨ ਨਾਮ ਦੇ ਤੁਹਾਡਾ ਨੈਸ਼ਨਲ ਪਾਰਕ ਸੀ, ਉਹਦੇ 'ਚ ਹੋਈ ਹੈ। ਤੇ ਅੱਜ ਹੋਏ ਸੋਨੇਨਬਲਿਕ ਹੈ, ਇਹ ਕੀ ਹੈ? ਸਾਡੇ ਕੋਲੇ ਪਹਾੜੀ ਹੈ ਜਿਹੜੀ ਕਿ ਨੈਸ਼ਨਲ ਪਾਰਕ 'ਚ ਸਥਿਤ ਹੈ, ਤੇ ਉੱਥੇ ਹੀ ਇਹ ਸਾਰੀ ਸਟੱਡੀ ਕੀਤੀ ਗਈ ਹੈ ਕਿੱਥੇ ਹੈ? ਆਸਟ੍ਰੇਲੀਆ 'ਚ। ਵੈਰੀ ਸਿੰਪਲ, ਮੈਂ ਉਮੀਦ ਕਰਦਾ ਕਲੀਅਰ ਹੋ ਗਿਆ ਹੋਊਗਾ। ਅੱਗੇ ਆ ਗਿਆ, ਇੱਕ ਨਵੀਂ ਸਪੀਸ਼ੀਜ਼ ਲੱਭੀ ਹੈ ਇਹਨਾਂ ਨੇ। ਠੀਕ ਹੈ, ਉਹਦਾ ਨਾਮ ਇਹਨਾਂ ਨੇ ਕੋਵਿਡ ਦੇ ਉੱਤੋਂ ਪੈਂਡੈਮਿਕ ਤੋਂ ਰੱਖਤਾ, ਪਿੱਛੇ ਕੋਵਿਡਮ ਲਾਤਾ, ਨਾਮ ਦਾ ਹੈਗਾ ਹੰਬਰਟੀਅਮ। ਹੰਬਰਟੀਅਮ ਕੋਵਿਡਮ ਉਹਦਾ ਨਾਮ ਰੱਖਤਾ। ਤੁਸੀਂ ਨੇ ਦੱਸਣਾ ਕਿ ਉਹ ਕਿਹੜੀ ਸਪੀਸ਼ੀਜ਼ ਹੈ। ਉਹ ਕੋਈ ਸੱਪ ਹੈ, ਹਾਊਸ ਰੈਟ ਹੈ, ਜਾਂ ਫਿਰ ਹਾਊਸ ਫਲਾਈ ਮੱਖੀ ਹੈ, ਜਾਂ ਫਿਰ ਵੌਰਮ ਹੈ। ਕਰੈਕਟ ਆਨਸਰ ਇਹਦਾ ਹੈਗਾ ਵੌਰਮ। ਦੇਖਣ ਨੂੰ ਕੀ ਆ ਉਹ ਐਵੇਂ, ਉਹਦਾ ਚਪਟਾ ਜਿਹਾ ਹੈਮਰ ਵਰਗਾ ਦਾ ਮੂੰਹ ਹੈ। ਠੀਕ ਹੈ, ਮੈਂ ਫੋਟੋ ਲਾਉਣੀ ਭੁੱਲ ਗਿਆ, ਅੱਗੇ ਮੈਂ ਟਰਾਈ ਕਰੂੰਗਾ ਕਿ ਫੋਟੋ ਵੀ ਮੈਂ ਇਹੋ ਜਿਹੀ ਚੀਜ਼ਾਂ ਦੀ ਲਾ ਦਿਆ ਕਰਾਂ। ਐਵੇਂ ਇਹਦੀ ਚੀਜ਼ ਹੈ ਜਿਵੇਂ ਮੈਂ ਬਣਾਈ ਹੈ। ਠੀਕ ਹੈ, ਤਾਂ ਉਹ ਇੱਕ ਵੌਰਮ ਆ। ਵੌਰਮ ਕੀ ਹੁੰਦਾ ਹੈ? ਵੌਰਮ ਜਿਵੇਂ ਸਾਡੇ ਪੇਟ ਦੇ ਵਿੱਚ ਕਹਿੰਦੇ ਹੁੰਦੇ ਆ ਕੀੜੇ ਆ, ਜ਼ਿਆਦਾਤਰ ਬੱਚਿਆਂ ਦੇ ਜਾਂ ਵੱਡਿਆਂ ਦੇ ਵੀ ਈਵਨ ਕੀੜੇ ਹੋਣਾ। ਹੁਣ ਅੱਜ ਕੱਲ੍ਹ ਐਲਵੈਂਡਾਜ਼ੋਲ ਕਿੰਨਾ ਤਾਂ ਚੱਲ ਰਹੀ ਹੈ ਕਿ ਉਹ ਗੋਲੀ ਦਿਓ ਹਰ 4 ਮਹੀਨਿਆਂ ਬਾਅਦ ਤਾਂ ਕਿ ਪੇਟ ਦੇ ਕੀੜੇ ਸਾਫ਼ ਕੀਤੇ ਜਾ ਸਕਣ। ਉਹ ਵੌਰਮ ਹੀ ਹੁੰਦੇ ਨੇ ਕਿਉਂਕਿ ਉਹ ਕਈ ਤਰ੍ਹਾਂ ਦੇ ਡਿਜ਼ੀਜ਼ ਨੂੰ ਜਨਮ ਦਿੰਦੇ ਨੇ ਸਾਡੇ ਕੋਲ। ਤਾਂ ਉਹੀ ਤਰ੍ਹਾਂ ਦਾ ਇੱਕ ਵੌਰਮ ਨਵਾਂ ਲੱਭਿਆ। ਠੀਕ ਹੈ, ਜਿਹਦਾ ਨਾਮ ਕੀ ਰੱਖਿਆ? ਫਲੈਟ ਵੌਰਮ, ਮਤਲਬ ਫਲੈਟ ਵੌਰਮ ਲੱਭਿਆ, ਨਾਮ ਰੱਖਿਆ ਹੈਗਾ ਹੰਬਰਟੀਅਮ ਕੋਵਿਡਮ। ਯਾਦ ਰੱਖਿਓ ਨਾਮ ਵੀ ਕਿਸ ਚੀਜ਼ ਦਾ, ਐਂ ਪੁੱਛਿਆ ਜਾਊ ਇਨਵਾਇਰਨਮੈਂਟ ਦੇ ਐਂਗਲ ਤੋਂ ਵੀ ਕੀ ਹੈ। ਫਰਾਂਸ ਤੇ ਇਟਲੀ ਦੇ ਵਿੱਚ ਲੱਭਿਆ ਗਿਆ ਬੇਸਿਕਲੀ ਇਹ। ਅੱਗੇ ਆ ਜਾਓ, 30ਵਾਂ ਕੁਐਸਚਨ। ਜਾਪਾਨ ਦੀ ਪਾਰਲੀਮੈਂਟ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਹੈ ਸੀਰੀਅਸ ਹਿਊਮਨ ਰਾਈਟਸ ਨੂੰ ਲੈ ਕੇ। ਮਤਲਬ ਜਿਹੜੇ ਮਾਨਵਤਾ ਦੇ ਅਧਿਕਾਰਾਂ ਦਾ ਉਲੰਘਣ ਕਰਦੀਆਂ ਸਰਕਾਰਾਂ ਨੇ, ਕੋਈ ਇਹੋ ਜਿਹੇ ਦੇਸ਼ ਦੀ ਸਰਕਾਰ ਹੈ, ਉਹਦੇ ਖਿਲਾਫ ਉੱਥੋਂ ਦੀ ਪਾਰਲੀਮੈਂਟ ਨੇ ਇੱਕ ਰੈਜ਼ੋਲੂਸ਼ਨ ਲਿਆਂਦਾ ਹੈ ਜਾਪਾਨ ਦੀ ਨੇ। ਦੱਸੋ ਕਿਹਦੇ ਖਿਲਾਫ? ਤੁਹਾਡਾ ਤੁੱਕਾ ਸੀਰੀਆ ਹੋ ਸਕਦਾ, ਅਫਗਾਨਿਸਤਾਨ ਹੋ ਸਕਦਾ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵੀ ਸਰਕਾਰ ਦਾ ਹੁਣ ਪਲਟਾ ਹੋਇਆ। ਠੀਕ ਹੈ, ਤਾਲਿਬਾਨ ਆਇਆ ਤਾਂ ਉਹ ਵੀ ਕਰ ਰਿਹਾ ਹੋ ਸਕਦਾ। ਪਰ ਇਹਦਾ ਕਰੈਕਟ ਆਨਸਰ ਨਾ ਇਹ ਹੈ ਨਾ ਇਹ ਹੈ, ਕਰੈਕਟ ਆਨਸਰ ਹੈਗਾ ਚਾਈਨਾ। ਕਿਉਂਕਿ ਜਾਪਾਨ ਦਾ ਵੈਸੇ ਹੀ ਚਾਈਨਾ ਨਾਲ ਥੋੜਾ ਜਿਹਾ ਇੱਟ ਕੁੱਤੇ ਵਾਲਾ ਹੈਗਾ। ਠੀਕ ਹੈ, ਸੈਕੰਡਲੀ ਕਿਹੜੀ ਚੀਜ਼ ਦੇ ਉੱਤੇ ਓਬਜੈਕਸ਼ਨ ਕ੍ਰੀਏਟ ਕੀਤੀ ਹੈ? ਉਹ ਹੈਗਾ ਉਈਗਰ ਮੁਸਲਿਮਸ। ਜਿਹੜੇ ਉਈਗਰ ਮੁਸਲਿਮਸ ਦੇ ਉੱਤੇ ਚਾਈਨਾ ਕਨਵਰਟ ਕਰਕੇ ਉਹਨਾਂ ਨੂੰ
सैलों दे विच सुट रहा, उस चीज़ नूं लैके इन्हां ने यह ह्यूमन राइट सिचुएशन वाला सीरीयस वाला जिहड़ा रेजोल्यूशन है पास किया। ईवन तुसीं होर भी देखोगे हुण विंटर ओलंपिक्स चाइना च होके हटिया, इसे चीज़ का तर्क लैके किन्ने देशों ने विंटर ओलंपिक्स बायकॉट करता। असी भी किया विंटर ओलंपिक्स बायकॉट चाइना वाला, पर साडे वालिਆਂ ने रीजन चलो ये नहीं दिता, उन्होंने रीजन होर बना लिया भी साडी बॉर्डर च आ गए या कुछ इहो जिहा करता कि साडे नाल बॉर्डर के उत्ते साडे देश दे विच धक्के नाल आ रहे ने, इहो जिहे कोई तर्क दिते कि असीं इन्हां नाल संबंध नहीं रख सकते। तो ध्यान च रखियो कि जापान ने किहदे अगेंस्ट कराया, चाइना के अगेंस्ट। अगे आ जाओ, अगला सवाल मेरे को हैगा, एक नवी स्कीम है PM डिवाइन स्कीम, इनू किहड़ी एजेंसी चला रही है, इंपॉर्टेंट है क्वेश्चन स्कीमां के तहत। ते जे मैनू PM डिवाइन दे विचों इनू याद किवें रखा जा सकता कि किहदी स्कीम है, मैं कल्ली इन्नी चीज़ फड़दा, आ लो जी आ NE, बस जिथे PM डिवाइन देख गया आ इन्ना क ध्यान दे लियो, NE का मतलब होंदा नॉर्थ ईस्ट, मतलब कि उत्तर पूर्वी नॉर्थ ईस्ट दे विच तुहानूं 7 सिस्टर का मेघालय, आसाम, मणिपुर आ स्टेटां ने सारियां, इन्हां दी डेवलपमेंट वास्ते, इन्हां दी डेवलपमेंट ते भारत सरकार बहुत जोर शोर नाल काम कर रही है, क्योंकि इहदी कनैक्टिविटी बहुत घट है साडे बाकी दे देश नालों, कि इन्हां नूं कनैक्ट करिया जावे साडे नाल, किते चाइना ना इन्हां नूं हथिया के लै जे बरगरा के भी हाँ उहदे ज़्यादा नेड़े पैंदे आ। तां इस परपज़ लई एक PM डिवाइन, यदि फुल फॉर्म भी नोट कर लो तुसी, इंपॉर्टेंट है, प्राइम मिनिस्टर्स डेवलपमेंट इनीशिएटिव फॉर नॉर्थ ईस्ट, मतलब प्रधानमंत्री का एक इनीशिएटिव आ नॉर्थ ईस्ट की डेवलपमेंट नूं लैके, ते नॉर्थ ईस्ट दे विच जिन्ने प्रोजैक्ट लागू कर दिए उत्थों की एक आडी काउंसल बनाई हुई है जिसका नाम हैगा उत्तर पूर्वी काउंसल या नॉर्थ ईस्ट काउंसल, तो उही इहनूं इंप्लीमेंट करूगी। इंपॉर्टेंट क्वेश्चन है, मार्क कर लियो, ध्यान च रखियो। अगे आ जाओ, दिस इज ऑल्सो वेरी इंपॉर्टेंट क्वेश्चन। ਇਹਦੇ 'ਚ ਕੀ है, आ एक स्कीम है वाइब्रेंट विलेजेस प्रोग्राम, ਇਹਦਾ ਜ਼ਿਕਰ ਸਾਡੇ बजट 'ਚ ਤੇ ਸਾਡੇ ਇਕਨੋਮਿਕ ਸਰਵੇ ਦੇ ਵਿੱਚ ਵੀ ਹੋਇਆ ਵਾइब्रेंट विलेजेस ਦਾ। ਇਹ ਕਿਹਦੇ ਨਾਲ ਰਿਲੇਟਡ ਹੈ, ਕਹਿੰਦੇ ਇਹ ਕੋਸਟਲ ਵਿਲੇजेस ਨੂੰ ਵਾइब्रेंट विलेजेस प्रोग्राम ਇਹਦੇ ਵਾਸਤੇ ਹੈ, ਜਾਂ ਬਾਰਡਰ ਵਾਲੇ ਵਿਲੇजेस ਵਾਸਤੇ ਹੈ, ਜਾਂ ਫਿਰ ਪਹਾੜੀ ਪਿੰਡਾਂ ਵਾਸਤੇ ਹੈ, ਜਾਂ ODF ਸਫਾਈ ਨੂੰ ਲੈ ਕੇ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੋਵੇ ਉਹਦੇ ਲਈ ਹੈ। ਇਹ ਹੈਗਾ ਬਾਰਡਰ ਵਿਲੇजेस ਦੇ ਲਈ, मतलब कि इस प्रोग्राम के तहत सरकार का की मोटिव है कि बॉर्डर के उत्ते जिन्ने पिंड पैंदे ने उन्हां दी डेवलपमेंट की जाए, उत्थे सारे संचार के साधन पहुँचाए जान, कनैक्टिविटी होवे उन्हां पिंडां दी बाकी देश दे नाल, क्योंकि जिवें चाइना के बारे खबर आ रही ने कि अरुणाचल दे विच नेड़े तेड़े पिंड ही बना लिया उन्होंने, आपदा एक बसा लिया, तो वो उत्थों के नेड़े तेड़े के लोगों को बरगलाउण की कोशिश करते हैं, आपदे नाल रलाउण दी, तो वो सारे परपज़ां वास्ते सरकार ये वाइब्रेंट विलेजेस प्रोग्राम लैके आई है। तो किहदे नाल रिलेटेड हो गया, बॉर्डर विलेजेस दे नाल हो गया। इंपॉर्टेंट है, ध्यान च रखियो। आ उत्थे सारियां सर्विसिज टूरिस्ट वालियां, रोड कनैक्टिविटी जी, रिन्यूएबल एनर्जी, डायरैक्ट टू होम असैस सीधा, ताकि उत्थे संचार के साधन पहुँचाए जा सकन, उन्होंने दस्सिया जा सके कि सरकार तुहाडे लई की कर रही है या तुहाडे ते की खतरा हो सकता है, वो सारियां चीज़ां। लो जी अगे आ जाओ, सवाल नंबर आ गया 33। यूनीयन बजट 2022-23 नवा आ गया, उही इन्हें MT लिखता, मिनीमम अल्टरनेट टैक्स है बेसिकली, इसका पूरा नाम MAT बोलते हैं आपां। कोऑपरेटिव सोसाइटीज़ के लिए भी रखिया सरकार ने बजट के विचों, कितना रखिया, बस जिथे मैट आता पिछे मैं समझा चुकिया इस चीज़ नूं कि मैट 15% OECD वाला कंसैप्ट तुहानूं समझाया सीगा कि 15% उन्होंने मिनीमम अल्टरनेट टैक्स रखा सी, उहदे तहत ये भी सरकार ने इन्हां वास्ते 15% टैक्स रखता कि मिनीमम ये होएगा ही। लो जी पिछला सवाल ही सी लगभग, मतलब थोड़ा चेंज होके आ गया, गलबात उही है सारी, उन्होंने दोबारा सुन लियो चाहे। अगे आ गया मेरे को क्लैप प्रोग्राम। क्लैप प्रोग्राम स्टेट का प्रोग्राम है, ये नाम चीज़ लुकिया AP पढ़ लो, AP फॉर आंध्रा प्रदेश, क्लीन आंध्रा प्रदेश प्रोग्राम इसकी फुल फॉर्म है। तो इतों तुसी बड़ा सिंपली कढ़ सकते हैं इस आंसर नूं कि हाँ ये किहदे नाल रिलेटेड है, किहड़ी स्टेट नाल, आंध्रा प्रदेश, क्योंकि नाम दे विच ही प्रोग्राम दे आंध्रा प्रदेश लिखा पिया, बस हिडन नूं लभण की जरूरत सी। क्वेश्चन वेरी सिंपल। अगे आ जाओ, कुछ फैक्चुअल ने, इन्हां दे विच कोई बड़ा वो नहीं हैगा कि कड्ढण पाउण नूं भी आपां इहदे ते डिटेल डिस्कशन कर सकीए, डिस्कशन वाली चीज़ां आपां डिस्कशन च लईआं ने। अगे आ जाओ, अगे आ गया खजादिया वाइल्ड लाइफ सेंचुरी। देखो वाइल्ड लाइफ सेंचुरीज इंपॉर्टेंट ने, खासकर वो जिन्होंने रामसर साइट का दर्जा मिल गया होवे। तुहानूं पता है कि 1971 दे विच ईरान दे रामसर सिटी दे विच
ठीक है, एक कॉन्फ्रेंस ਜਾਂ ਤੁਸੀਂ कह लो कि एक ਉਹ ਹੁੰਦੀ है ऑर्गेनाइज ਜਿਹਦੇ ਵਿੱਚ ਰਾਮਸਰ यानी कि वैटलैंड्स ਨੂੰ ਲੈ ਕੇ ਗੱਲ ਕੀਤੀ ਗਈ कि ਜਿਹੜੇ ਵੈਟਲੈਂਡ ਨੇ ਸਾਡੇ ਉਹਨਾਂ ਨੂੰ ਪ੍ਰੀਜ਼ਰਵ ਕਰਿਆ ਜਾਵੇ ਤੇ ਉਹਦੇ ਲਈ ਉਹਨਾਂ ਨੂੰ ਰਾਮਸਰ ਸਾਈਟ ਦਾ ਦਰਜਾ ਦੇ ਕੇ ਉਹਨਾਂ ਨੂੰ ਹੋਰ ਠੋਸ ਤਰੀਕੇ ਨਾਲ ਬਚਾਇਆ ਜਾ ਸਕੇ। ਉਹਦੇ ਤਹਿਤ ਹੀ ਭਾਰਤ ਦੀਆਂ ਲਗਭਗ ਅੱਜ ਦੀ ਡੇਟ ਦੇ ਵਿੱਚ 49 ਭਾਰਤ ਦੇ ਵਿੱਚ टोटल 49 ਜਿਹੜੀਆਂ ਰਾਮਸਰ ਸਾਈਟਸ ਨੇ, ठीक है, ਉਹਦੇ ਵਿੱਚੋਂ ਇਹ 49ਵੀਂ ਹੋਈ ਹੈ। ਆਹ ਲਾਸਟ ਜਿਹੜੀ ਖਜਾਦੀਆਂ ਬਣੀਆਂ ਇਹੀ ਤੁਹਾਨੂੰ ਪੁੱਛ ਰਿਹਾ ਕਿ ਦੱਸੋ ਕਿਹੜੇ ਸੂਬੇ 'ਚ ਇਹ ਹੈਗੀ ਆ ਗੁਜਰਾਤ ਦੇ ਵਿੱਚ। ਆਹ 48ਵੀਂ ਦਾ ਵੀ ਨਾਮ ਇੱਥੇ ਲਿਖਿਆ ਹੋਏਗਾ ਬਖੀਰਾ ਵਾਈਲਡ ਲਾਈਫ ਸੈਂਚਰੀ ਉੱਤਰ ਪ੍ਰਦੇਸ਼ 'ਚ ਹੈ, ਇਹ 48ਵੀਂ ਸੀ। ਉਸ ਤੋਂ ਪਹਿਲਾਂ 2-3 ਬਣੀਆਂ ਸੀਗੀਆਂ, ਸੁਲਤਾਨਪੁਰ ਨੈਸ਼ਨਲ ਪਾਰਕ ਤੇ ਵਿੰਡਾਵਾਸ ਵਾਈਲਡ ਲਾਈਫ ਸੈਂਚਰੀ, ਇਹ ਹਰਿਆਣੇ ਦੀਆਂ ਸੀਗੀਆਂ। ਮਤਲਬ ਇਹਨਾਂ ਦੇ ਬਾਰੇ ਤਾਂ ਸਾਨੂੰ ਯਾਰ ਇਨਫੋਰਮੇਸ਼ਨ ਹੋਣੀ ਚਾਹੀਦੀ ਆ। 40 ਤੋਂ ਬਾਅਦ ਵਾਲੀਆਂ ਪਿਛਲੀਆਂ 5-6 ਤੁਹਾਨੂੰ ਯਾਦ ਹੋਣ, ਠੀਕ ਹੈ, ਵੀ ਕਿਹੜੀ ਕਿੱਥੇ ਕਿੱਥੇ ਸਥਿਤ ਹੈਗੀ। ਪੰਜਾਬ ਦੀਆਂ ਕਿੰਨੀਆਂ ਨੇ, ਪੰਜਾਬ ਦੀਆਂ ਸਾਰੀਆਂ ਦੇ ਨਾਮ ਯਾਦ ਹੋਣ, ਚਾਹੇ ਉਹ ਰੋਪੜ ਵਾਲੀ ਹੈ ਚਾਹੇ ਕੱਜਲੀ ਹੈ, ਠੀਕ ਹੈ, ਜਿਹੜੀ ਵੀ ਹੈ ਉਹਨਾਂ ਸਾਰੀਆਂ ਦੇ ਮੈਂ ਹੁਣ ਉਹ ਸਟੈਟਿਕ ਪੋਰਸ਼ਨ 'ਚ ਤਾਂ ਨਹੀਂ ਜਾਣ ਲੱਗਿਆ, ਪਰ ਤੁਹਾਨੂੰ ਆਈਡੀਆ ਦੇ ਰਿਹਾ ਕਿ ਇਹਦੇ 'ਚੋਂ ਕੀ ਤੁਸੀਂ ਹੋਰ ਪੜ੍ਹ ਸਕਦੇ ਹੋ। ਅੱਗੇ ਆ ਜਾਓ। ਅਗਲਾ ਮੇਰੇ ਕੋਲੇ ਕੁਐਸਚਨ ਜਿਹੜਾ ਹੈਗਾ ਜੀ ਉਹ ਹੈਗਾ 99 ਮਿਲੀਅਨ ਈਅਰਸ ਐਂਡ 올ਡ ਫਲਾਰ डिस्कवर होया किहड़ी कंट्री च। देखो ये बड़ी इन्हां लई जिहड़े बेसिकली जिहड़े आ फुल्लां फलां ते ओह करदे ने ना खोज जां इन्हां नूं इन्हां दी पढ़ाई करदे ने, स्टडी करदे ने, उन्हां नूं असीं बोलदे आ पैलेंटियोलॉजिस्ट। इंपॉर्टेंट है, कई बार तां ही पुछ लैंदे ने अंग्रेजी दे विच, खास करके जिवें PEET+B वर्गे पेपरां 'च भी की बोलिया जांदा उहनूं, जां तुहानूं कुछ एवें कि फुल्लां वाले नूं आह कहिंदे ने ऐ पा के आ फलाणे वाले नूं की कहणगे दस्सो, एवें दे क्वेश्चन अपने कोल बनदे ही ने। तो याद रखियो कि पैलेंटियोलॉजिस्ट वो हुंदे ने जिहड़े फ्लावर दे फॉसिल्स दे उत्ते यानी कि स्टडी करदे ने। इन्हां ने म्यांमार दे विच साइंटिस्ट ने माइनस दे विचों बेसिकली कड्डियां, जिहड़ियां थल्ले माइनस है 99 साल पुराने फुੱਲ कड्डे नेगे, जिन्हां दा ये देखिया कि उन्हां दे 99 साल पुराने होने के बावजूद उन्होंने फ्लावर फ्रूट लीव कोई फर्क नहीं पिया, उमी ने अनचेंज्ड ने। तो ये इन्हां लई एक बड़ी हैरानीजनक गल सीगी। तो मेनली तो ये याद रखना कि इन्ने पुराने ये किहड़े देश दे विच मिले ने, ये मिले ने म्यांमार। तो एक पैलेंटियोलॉजिस्ट जरूर याद रखियो कि किहनूं बोलिया जाता, इहो जिहे क्वेश्चन भी आम तौर पर पुछ ले जाते हैं। अगला क्वेश्चन आ गया जी 37वां क्वेश्चन मेरे को 2010 TK7 ते 2020 XL5 ये न्यूज़ दे विच सीगे, तुसीं दसने ने कि की चीज़ां ने। आंसर इहदा हैगा अर्थ ट्रोजन्स। वड्डी गल ये हैगी कि अर्थ ट्रोजन हुंदा की है। हुण एक गल नूं समझो, आ मान लो मेरे को सूरज है ते आ एक पाथ है एलिप्टिकल जिहदे विच आ साडी अर्थ धरती इहदे आले दुआले चक्कर लाउंदी है एवें। हुण कोई एस्ट्रॉयड हो गया कि बाहरली प्लाट दे विच कोई इहो जी बॉडी जां जिहड़ी कि पत्थर दी बनी हो सकती है, जिहड़ी आम घुमदी रहिंदी है, ठीक है। जे वो एस्ट्रॉयड वैसे तो वाधू घूमते फिरते हैं पूरे प्लाट दे विच तां, पर कोई इहो जिहा एस्ट्रॉयड जिहड़ा आही ट्रैक दे विच घूम रहा होवे जिहदे विच साडी धरती घूमण लगी हुई है, उहनूं फिर असीं कह दिंदे जी अर्थ ट्रोजन्स। ਇਹਦਾ फिर खतरा तो रहूगा ही। हुण जे ये भी ऐं घूम रहा हो सकता किसी टाइम आके किते अर्थ नाल ना टकरा जे, जिहदी स्पीड मिसमैच होगी कुछ घट वध होई तो अर्थ नाल धरती नाल टकराउण दे भी चांस रहिंदे ने। इसे करके नासा वर्गियां इसरो जिहड़ियां वड्डियां संस्थावां इह च स्पेस च काम करदियां ने, वो इन्हां ते निगाह बना के रखदियां ने जिहड़े खासकर धरती दे नेड़े तेड़े वाले आ, भी किते धरती वल तां नहीं आ रहे। तुसीं देखे होणगे डार्ट मिशन पिछे सी, इत्थों मार के कोई मिसाइल उहदा मूँह मोड़ता सीगा एस्ट्रॉयड दा होर पासे नूं चला जावे, इहो जिहियां चीज़ां चलदियां रहिंदियां ने। तां इहनूं असीं बोलदे हां अर्थ ट्रोजन्स। ते ये दोनों आ 2010 च लभ्या सीगा जिहड़ा अर्थ दे उहदे च ही चलदा, आ 2020 च लभ्या XL5। तां नाम तो याद रखियो कि की चीज़ां ने पेपर च पुछियां जा सकदियां। साइंस टैक दे हिसाब नाल इह बड़ा वधिया सवाल बनदा। अगे आ जाओ एग्जिम बैंक। साडी एक बैंक है एक्सपोर्ट ते इंपोर्ट बैंक ऑफ इंडिया, जिन्हों एग्जिम बैंक कहा जाता। इन्हें एक लाइन ऑफ क्रेडिट दिता $500 मिलियन का, किनू $500 मिलियन का डॉलर USD का, किहड़े साडे गवांढी मुल्क नूं लाइन ऑफ क्रेडिट दिता। चलो लाइन ऑफ क्रेडिट ते मैं आना, पहला आपां क्वेश्चन का आंसर देख लीए। इहदा आंसर हैगा श्रीलंका। श्रीलंका दे विच बुरा हाल आपां नूं पता कि बहुत ही बदतर हालत हुई हुई है उत्थे लोकां दी।
ਚਾਈਨਾ ਦੇ ਡੈਪ ਟਰੈਪ 'ਚ ਉਹ ਇਹੋ ਜਿਹੇ ਫਸੇ ਨੇ ਕਿ ਹੁਣ ਉੱਥੇ ਲੋਕ ਖਾਣ ਪੀਣ ਤੋਂ ਤਰਸ ਰਹੇ ਨੇ, ਇੰਨੀ ਮਹਿੰਗਾਈ ਵੱਧ ਚੁੱਕੀ ਹੈ। ਪਰ ਭਾਰਤ ਇੱਕ ਚੰਗਾ ਗੁਆਂਢੀ ਹੋਣ ਦੇ ਨਾਂ 'ਤੇ ਜਾਂ ਪੁਰਾਣਾ ਅਲਾਈ ਹੋਣ ਦੇ ਨਾਂ 'ਤੇ ਉਹਨਾਂ ਦੀ ਜਿੰਨੀ ਮਦਦ ਕਰ ਸਕਦਾ, ਜਿੰਨੇ ਜੋਗਾ ਭਾਰਤ ਹੈਗਾ, ਕਰਨ ਲੱਗਿਆ ਹੋਇਆ ਅੱਜ ਦੀ ਡੇਟ 'ਚ। ਇਹ ਉਹਦੀ ਵੀ ਇੱਕ ਐਗਜ਼ਾਮਪਲ ਹੈ ਕਿ ਜਿਹੜੀ ਅਸੀਂ ਉਹਨੂੰ ਲਾਈਨ ਆਫ ਕ੍ਰੈਡਿਟ ਦਿੱਤੀ ਹੈ। ਹੁਣ ਲਾਈਨ ਆਫ ਕ੍ਰੈਡਿਟ ਨੂੰ ਆਪਾਂ ਸਮਝਦੇ ਹਾਂ। ਲਾਈਨ ਆਫ ਕ੍ਰੈਡਿਟ ਨੂੰ ਜੇ ਮੈਂ ਥੋੜ੍ਹਾ ਜਿਹਾ ਰਿਲੇਟ ਕਰਨਾ ਚਾਹਾਂ ਆਪਣੇ ਕ੍ਰੈਡਿਟ ਕਾਰਡ ਨਾਲ, ਜਿਵੇਂ ਕ੍ਰੈਡਿਟ ਕਾਰਡ ਆਪਣਾ ਕ੍ਰੈਡਿਟ ਕਾਰਡ ਤੁਸੀਂ ਲੈਂਦੇ ਹੋ, ਬੈਂਕ ਨੇ ਤੁਹਾਨੂੰ ਕੀ ਕਿਹਾ ਕਿ ਆਹ ਲਓ ਜੀ ਕ੍ਰੈਡਿਟ ਕਾਰਡ ਤੁਹਾਨੂੰ ਦੇਤਾ, ਇਹਦੀ ਲਿਮਿਟ ਹੈਗੀ ਆ 1 ਲੱਖ ਰੁਪਈਆ। 1 ਲੱਖ ਰੁਪਇਆ ਤੁਸੀਂ ਇਹਦੇ 'ਚੋਂ ਖਰਚ ਸਕਦੇ ਹੋ ਜਦੋਂ ਹੋਊਗਾ। ਮਤਲਬ ਤੁਹਾਨੂੰ ਕ੍ਰੈਡਿਟ ਕਾਰਡ ਦੇ ਕੇਸ 'ਚ ਤਾਂ ਬਿੱਲ ਪੇ ਕਰਨਾ ਪੈਂਦਾ, 45 ਦਿਨ ਦਾ ਸਾਈਕਲ ਦੇਤਾ ਜਾਂ 2 ਮਹੀਨਿਆਂ ਦਾ ਸਾਈਕਲ ਦੇਤਾ। ਲਾਈਨ ਆਫ ਕ੍ਰੈਡਿਟ ਵੀ ਐਵੇਂ ਹੁੰਦੀ ਹੈ। 500 ਮਿਲੀਅਨ ਸ਼੍ਰੀਲੰਕਾ ਨੂੰ ਦੇਤੇ ਕਿ 500 ਮਿਲੀਅਨ ਦਾ ਲਾਈਨ ਆਫ ਕ੍ਰੈਡਿਟ ਹੈ, ਤੁਸੀਂ ਇਹ 'ਚੋਂ 100 ਮਿਲੀਅਨ ਵਰਤੋ, 200 ਮਿਲੀਅਨ ਵਰਤੋ, ਚਾਹੇ 500 ਦੇ 500 ਮਿਲੀਅਨ ਵਰਤੋ, ਇਹ ਤੁਹਾਡੀ ਲੋੜ ਮੁਤਾਬਕ ਹੈ। ਇਹਦਾ ਜਿਹੜਾ ਲਾਈਨ ਆਫ ਕ੍ਰੈਡਿਟ ਹੁੰਦਾ, ਇਹਦਾ ਰੇਟ ਆਫ ਇੰਟਰਸਟ ਵਿਆਜ ਦਰ ਬਹੁਤ ਘੱਟ ਹੁੰਦੀ ਹੈ, 1% ਹੀ ਹੁੰਦੀ ਹੈ, 1 ਜਾਂ 0.5% ਤੇ ਦਿੰਦੇ ਨੇ। ਮਦਦ ਤਾਂ ਉਹੀ ਹੋਈ ਨਾ, ਜੇ ਤੁਸੀਂ ਵਿਆਜ ਹੀ ਲੈ ਜਾਓਗੇ ਫਿਰ ਕਾਹਦੀ ਮਦਦ ਹੋਈ। ਤਾਂ ਇਹ ਚੀਜ਼ ਹੈ ਲਾਈਨ ਆਫ ਕ੍ਰੈਡਿਟ। ਤਾਂ ਜਿਹੜੇ ਇਕੋਨਮੀ ਵਾਲੇ ਨੇ, ਮੈਨੂੰ ਲੱਗਦਾ ਉਹਨਾਂ ਲਈ ਤਾਂ ਕੋਈ ਬੜੀ ਵੱਡੀ ਟਰਮ ਹੈ ਨਹੀਂ, ਪਰ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ, ਮੈਂ ਉਮੀਦ ਕਰਦਾ ਕਿ ਥੋੜ੍ਹੀ ਬਹੁਤੀ ਤਾਂ ਕਲੀਅਰ ਹੋਊਗੀ ਕਿ ਲਾਈਨ ਆਫ ਕ੍ਰੈਡਿਟ ਦਾ ਕੀ ਮਤਲਬ ਹੁੰਦਾ। ਅੱਗੇ ਆ ਜਾਓ ਅਗਲੇ ਸਵਾਲ ਤੇ, 39ਵਾਂ ਸਵਾਲ। ਕਿਹੜੀ ਸਟੇਟ ਹੈ ਜਿਹਨੇ ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ ਇਹਦੇ ਨਾਲ ਮਿਲ ਕੇ ਆਪਣੀ ਸਟੇਟ ਰਾਜ ਦੇ ਵਿੱਚ ਕਲੀਨ ਐਨਰਜੀ ਇਨਕਿਊਬੇਸ਼ਨ ਸੈਂਟਰ ਖੋਲ੍ਹਿਆ? ਦੇਖੋ ਇਹਦਾ ਆਨਸਰ ਕੇਰਲਾ ਹੈ। ਕੇਰਲਾ ਨੇ ਇਹ ਕੰਮ ਕਰਿਆ। ਇਨਕਿਊਬੇਸ਼ਨ ਸੈਂਟਰ ਸਮਝੋ ਕਿ ਇਨਕਿਊਬੇਸ਼ਨ ਸੈਂਟਰ ਹੁੰਦਾ ਕੀ ਹੈ। ਇਨਕਿਊਬੇਸ਼ਨ ਸੈਂਟਰ ਕੁਛ ਨਹੀਂ ਹੁੰਦੇ, ਜਿਵੇਂ ਹੁਣ ਫਰਜ਼ ਕਰ ਲਓ ਆ ਪਟਿਆਲੇ ਦੀ ਐਗਜ਼ਾਮਪਲ ਲੈ ਲਓ। ਪਟਿਆਲੇ ਦੇ ਰੂਰਲ ਏਰੀਏ ਦੇ ਵਿੱਚ ਨੇੜੇ ਤੇੜੇ ਕੋਈ ਬਹੁਤ ਵੱਡੀ ਸੰਸਥਾ ਪੰਜਾਬੀ ਯੂਨੀਵਰਸਿਟੀ ਹੈ ਸਪੋਜ਼। ਪੰਜਾਬੀ ਯੂਨੀਵਰਸਿਟੀ 'ਚ ਸਰਕਾਰ ਨੇ ਮਦਦ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਇੱਕ ਇਹੋ ਜਿਹੀ ਲੈਬ ਖਲਵਾਤੀ, ਸੈਂਟਰ ਖਲਵਾਤਾ ਜਿਹੜਾ ਕਿ ਕਿਸੇ ਇੱਕ ਫੀਲਡ ਦੇ ਵਿੱਚ ਪਰਿਪੱਕ ਹੋਊਗਾ। ਮੰਨ ਲਓ ਮੈਂ ਕਹਿੰਦਾ ਕਿ ਉਹ ਹੋਟਲ ਮੈਨੇਜਮੈਂਟ ਦਾ ਹੈ, ਉਹ ਹੋਟਲ ਮੈਨੇਜਮੈਂਟ ਦਾ ਬਹੁਤ ਪਰਿਪੱਕ ਇੱਕ ਸੈਂਟਰ ਖਲਵਾਤਾ। ਉਹਦੀ ਜ਼ਿੰਮੇਵਾਰੀ ਲਾਤੀ ਕਿ ਇੱਥੇ ਆਲੇ ਦੁਆਲੇ ਜਿੰਨੇ ਢਾਬੇ ਨੇ ਇਹਨਾਂ ਦੀ ਡਿਵੈਲਪਮੈਂਟ ਤੁਸੀਂ ਨੇ ਕਰਨੀ ਹੈ। ਢਾਬੇ ਵਾਲੇ ਉੱਥੇ ਇਨਕਿਊਬੇਸ਼ਨ ਸੈਂਟਰ 'ਚ ਜਾਣਗੇ, ਉਹ ਅਸੀਂ ਆਪਦੀ ਸੇਲ ਨੂੰ ਕਿਵੇਂ ਵਧਾ ਸਕਦੇ ਹਾਂ, ਉਹਦੀਆਂ ਲੁੱਕਸ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ ਢਾਬੇ ਦੀਆਂ ਨੂੰ, ਆਹ ਸਾਰੀਆਂ ਚੀਜ਼ਾਂ ਕਰਕੇ ਆਪਣੇ ਆਪ ਨੂੰ ਐਂਟਰਪ੍ਰਨੋਰ ਦੇ ਲਈ ਵਧੀਆ ਖੜਾ ਕਰ ਲੈਣਗੇ, ਯਾਨੀ ਕਿ ਆਪਦਾ ਕਿੱਤਾ। ਉਹ ਆਹੀ ਕੰਮ ਹੁੰਦੇ ਨੇ ਇਨਕਿਊਬੇਸ਼ਨ ਸੈਂਟਰਾਂ ਦੇ। ਉਹ ਕਿਸੇ ਵੀ ਫੀਲਡ 'ਚ ਹੋ ਸਕਦਾ, ਉਹ ਕੋਈ ਕਿੱਤਾ ਮੁਖੀ ਕੋਰਸ ਦੇ ਫੀਲਡ 'ਚ ਹੋ ਸਕਦਾ, ਕਿਸੇ ਐਂਟਰਪ੍ਰਨੋਰਸ਼ਿਪ ਨੂੰ ਖੜਾ ਕਰਨ ਲਈ ਹੋ ਸਕਦਾ। ਤਾਂ ਇਨਕਿਊਬੇਸ਼ਨ ਸੈਂਟਰ ਮਤਲਬ ਇੱਕ ਸੈਂਟਰਲ ਏਰੀਆ ਜਿੱਥੇ ਸਾਰੀ ਟੈਕਨੋਲੋਜੀ ਹੋਊਗੀ, ਜਿੱਥੇ ਸਾਰੀ ਨੌਲੇਜ ਹੱਬ ਹੋਊਗੀ, ਉੱਥੋਂ ਲੈ ਕੇ ਨੌਲੇਜ ਸਾਰਾ ਕੁਝ ਅੱਗੇ ਖੋਲ੍ਹਿਆ ਜਾ ਸਕਦਾ। ਇਹਨੂੰ ਅਸੀਂ ਇਨਕਿਊਬੇਸ਼ਨ ਸੈਂਟਰ ਬੋਲ ਦਿੰਦੇ ਹਾਂ। ਤਾਂ ਇਨਕਿਊਬੇਸ਼ਨ ਸੈਂਟਰ ਕਿਹਨੇ ਖੋਲ੍ਹਿਆ ਜੀ? ਕੇਰਲਾ ਨੇ, ਅੰਤਰਰਾਸ਼ਟਰੀ ਉਹਦੇ ਮਦਦ ਦੇ ਨਾਲ। ਕੀ ਕੰਮ ਕਾਹਦੇ ਕਿਹੜੇ ਫੀਲਡ 'ਚ ਹੋਇਆ? ਇਹ ਹੈਗਾ ਕਲੀਨ ਐਨਰਜੀ ਦੇ ਫੀਲਡ 'ਚ, ਜਿਵੇਂ ਸੋਲਰ ਐਨਰਜੀ ਹੋ ਗਈ, ਵਿੰਡ ਤੋਂ ਹਵਾ ਤੋਂ ਪੈਦਾ ਹੋਣ ਵਾਲੀ ਐਨਰਜੀ, ਇਲੈਕਟ੍ਰੀਸਿਟੀ ਹੋ ਗਈ, ਉਹ ਪਰਪਸ ਵਾਸਤੇ। ਲਓ ਜੀ ਆਖਰੀ ਸਵਾਲ ਤੇ ਪਹੁੰਚ ਗਏ ਆਪਾਂ ਆਪਣੇ ਅੱਜ ਦੇ। ਉਹ ਹੈਗਾ ਕੀ ਹੈ ਕਿ ਤੁਸੀਂ ਨੇ ਇਹ ਦੱਸਣਾ ਕਿ ਜਿਹੜਾ ਇਹ ਪੋਰਫਾਇਰਿਨਸ ਨਾਮ ਦਾ ਇੱਕ ਨਵਾਂ ਅਣੂ ਯਾਨੀ ਕਿ ਮੋਲੀਕਿਊਲ ਲੱਭਿਆ, ਇਹਦੀ ਆਕਾਰ ਕੀ ਹੈ? ਇਹਦਾ ਆਕਾਰ ਹੈਗਾ ਜੀ ਰਿੰਗ ਸ਼ੇਪ ਦਾ। ਹੁਣ ਕੀ ਚੀਜ਼ ਹੋਈ ਇਹ ਮੋਲੀਕਿਊਲ, ਇਹਦਾ ਕੀ ਰੋਲ ਹੈ? ਇਹ ਨਾ ਕੈਮੀਕਲ ਰਿਐਕਸ਼ਨਾਂ ਦੇ ਵਿੱਚ ਕੈਟਲਿਸਟ ਦਾ ਕੰਮ ਕਰਦਾ। ਨਹੀਂ ਸਮਝ ਆਇਆ ਹੋਣਾ, ਕੁਛ ਸਮਝਾਉਣਾ। ਕੈਟਲਿਸਟ ਦਾ ਕੀ ਮਤਲਬ ਹੋਇਆ? ਹੁਣ ਇੱਕ ਚੀਜ਼ ਸਮਝੋ, ਕਿਸੇ ਵੀ ਕੈਮੀਕਲ ਰਿਐਕਸ਼ਨ ਐਂ ਨਹੀਂ ਸ਼ੁਰੂ ਹੁੰਦੀ। ਜਿਵੇਂ ਮੈਂ ਇੱਕ ਉਦਾਹਰਨ ਦੇ ਤੌਰ ਤੇ ਤੁਸੀਂ ਐਂ ਕਰੋ, ਆਪਾਂ ਐਟਮ ਬੰਬ ਦੀ ਐਗਜ਼ਾਮਪਲ ਲੈਂਦੇ ਹਾਂ। ਐਟਮ ਬੰਬ ਹੈ, ਹੁਣ ਐਟਮ ਬੰਬ ਸਾਡੇ ਦੇਸ਼ ਨੇ ਵੀ ਬਣਾ ਰੱਖਿਆ, ਕਿੰਨੇ ਦੇਸ਼ਾਂ ਨੇ ਬਣਾ ਰੱਖਿਆ। ਉਹ ਪਏ ਤਾਂ ਨਹੀਂ ਫਟੀ ਜਾਂਦੇ। ਉਹ ਐਟਮ ਬੰਬ ਹਾਲਾਤ ਤਾਂ ਸਾਂਭਿਆ ਪਿਆ। ਜਦੋਂ ਐਟਮ ਬੰਬ ਕਿਤੇ ਸਿੱਟਣਾ ਹੋਊਗਾ ਤਾਂ ਐਟਮ ਬੰਬ ਦੇ ਵਿੱਚ ਰਿਐਕਸ਼ਨ ਸ਼ੁਰੂ ਕਰਨੀ ਪਊਗੀ ਨਾ। ਉਹ ਰਿਐਕਸ਼ਨ ਵਾਸਤੇ ਤੁਹਾਨੂੰ ਕੋਈ ਗੈਸ ਦੀ ਲੋੜ ਹੋ ਸਕਦੀ ਹੈ, ਤੁਹਾਨੂੰ ਕਿਸੇ ਪਾਰਟੀਕਲ ਦੀ, ਜਿਹੜਾ ਉਹ ਕਹਿੰਦੇ ਨੇ ਵੀ ਹਾਂ ਮੈਂ ਮਾਰ ਦਨੇ, ਉਹ ਜਾ ਕੇ ਬੰਬਾਰਡਿੰਗ ਕਰਦਾ, ਉਦੋਂ ਬਾਅਦ ਉਹ ਦੋ ਉਹਦੇ ਵਿੱਚੋਂ ਇਲੈਕਟ੍ਰੋਨ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਉਹ ਕੋਈ ਨਾ ਕੋਈ ਚੀਜ਼ ਤਾਂ ਚਾਹੀਦੀ ਹੈ ਨਾ। ਉਹ ਜਿਹੜੀ ਚੀਜ਼ ਉੱਥੇ ਜਾ ਕੇ ਉਹਨੂੰ ਉੱਬਣ ਰਿਐਕਸ਼ਨ ਹੋਣ ਦੇ ਵਿੱਚ ਮਦਦ ਕਰੂਗੀ, ਉਹਨੂੰ ਅਸੀਂ ਕੈਟਲਿਸਟ ਕਹਿ ਦਿੰਦੇ ਹਾਂ। ਉਹ ਕਿਸੇ ਵੀ ਚੀਜ਼ 'ਚ ਹੋ ਸਕਦਾ, ਤੁਹਾਡੀ ਬੋਡੀ 'ਚ ਹੋ ਸਕਦਾ। ਤੁਹਾਡੀ ਬੋਡੀ ਦੇ ਵਿੱਚ ਕੋਈ ਸਾਹ ਦੀ ਕਿਰਿਆ ਹੈ, ਕੋਈ ਫੋਟੋਸਿੰਥੇਸਿਸ ਪਲਾਂਟਸ ਕਰਦੇ ਨੇ, ਜਿਵੇਂ ਪ੍ਰਕਾਸ਼ ਸੰਸਲੇਸ਼ਨ ਕਿਰਿਆ, ਉੱਥੇ ਵੀ ਕੈਟਲਿਸਟਾਂ ਦੀ ਲੋੜ ਪੈਂਦੀ ਹੈ ਬਹੁਤ ਸਾਰਿਆਂ ਦੀ, ਜਿਹੜੇ ਕਿ ਉਹਨੂੰ ਕਰਨ ਦੇ ਵਿੱਚ ਮਦਦ ਕਰਦੇ ਨੇ ਰਿਐਕਸ਼ਨ ਨੂੰ। ਤਾਂ ਉਹੀ ਕੈਟਲਿਸਟ ਹੈ। ਇੱਕ ਨਵਾਂ ਆਹ ਨਾਮ ਦਾ ਇੱਕ ਮੋਲੀਕਿਊਲ ਲੱਭਿਆ ਜਿਹੜਾ ਕਿ ਕੈਟਲਿਸਟ ਦਾ ਕੰਮ ਕਰਦਾ, ਤੇ ਕਿਹੜੀ ਸ਼ੇਪ ਦਾ? ਰਿੰਗ ਸ਼ੇਪ ਦਾ।
ਤਾਂ ਇਹ ਸੀਗਾ ਆਪਣੇ ਅੱਜ ਦੇ ਸੀਰੀਜ਼ ਦੇ ਕੁਝ ਕੁਐਸਚਨਸ। ਅੱਗੇ ਫਰਦਰ ਇਹ ਸੀਰੀਜ਼ ਐਵੇਂ ਕੰਟੀਨਿਊ ਰਹੂਗੀ ਆਪਣੇ ਕੋਲੇ। ਫਰਵਰੀ ਮੰਥ ਕਵਰ ਕਰਨ ਤੋਂ ਬਾਅਦ ਉਹਦੇ ਚੰਗੇ ਚੰਗੇ ਸਵਾਲ ਜਿੰਨੇ ਵੀ ਹੋਏ 100 200 ਜਿੰਨੇ ਵੀ ਮੈਨੂੰ ਚੰਗੇ ਸਵਾਲ ਲੱਗੇ ਵੀ ਹਾਂ ਇਹਨਾਂ ਨੂੰ ਇਨਕਲੂਡ ਕਰਨਾ ਚਾਹੀਦਾ ਤੇ ਆਪਾਂ ਨੂੰ ਪੜ੍ਹਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਪਹਿਲਾਂ ਵੀ ਮੈਂ ਗੱਲ ਕਲੀਅਰ ਕਰ ਚੁੱਕਿਆ ਕਿ ਕਿੰਨਾ ਵਾਈਡ ਦਾਇਰਾ ਹੋ ਚੁੱਕਿਆ ਗਾ ਪੇਪਰਾਂ ਦਾ ਕਿ ਉਹ ਕੁਝ ਵੀ ਪੁੱਛ ਸਕਦੇ ਨੇ। ਤਾਂ ਕਰੰਟ ਕਿਸੇ ਵੀ ਲੈਵਲ ਦੇ ਕਰੰਟ ਅਫੇਅਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਮੇਰੇ ਤੋਂ ਸੁਣਿਆ ਜਾਂ ਤੁਸੀਂ ਅੱਖਾਂ ਥੱਲੋਂ ਕੱਢਿਆ ਹੋਊਗਾ, ਕਿਤੇ ਨਾ ਕਿਤੇ ਪੇਪਰ ਦੇ ਵਿੱਚ ਹਿੱਟ ਕਰ ਹੀ ਜਾਂਦਾ ਆਪਣੇ ਉਹ, ਤਾਂ ਕਿ ਆਪਾਂ ਇਹ ਚੀਜ਼ਾਂ ਦੇ ਮਾਰਕਸ ਖੋ ਨਾ ਦਈਏ। ਨਾ ਤੁਹਾਨੂੰ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਇਸ ਲੈਵਲ ਤੱਕ ਇੰਨਾ ਕੁ ਬਰੋਡ ਇਹ ਕਵਰ ਕਰ ਦੇਵਾਂ ਕਰੰਟ ਅਫੇਅਰਸ ਨੂੰ ਕਿ ਤੁਹਾਨੂੰ ਇੱਥੋਂ ਕਰਨ ਤੋਂ ਬਾਅਦ ਹੋਰ ਕਿਤੇ ਕਰਨ ਦੀ ਜ਼ਰੂਰਤ ਨਾ ਪਵੇ, ਕਿਉਂਕਿ ਹੋਰ ਸਾਡੇ ਕੋਲੇ ਬਥੇਰੇ ਸਬਜੈਕਟ ਹੁੰਦੇ ਨੇ ਸਟੈਟਿਕ ਦੇ ਜਾਂ ਫਿਰ ਕੰਪਿਊਟਰ ਜੇ ਉਹ ਜਿੰਨੇ ਸਬਜੈਕਟ ਨੇ ਉਹ ਵੀ ਤਾਂ ਕਰਨੇ ਪੈਣੇ ਆ। ਤਾਂ ਕਰੰਟ ਨੂੰ ਜੇ ਵੱਖਰਾ ਟਾਈਮ ਦੇਈ ਜਾਵਾਂਗੇ ਤਾਂ ਫਿਰ ਬਾਕੀ ਲਈ ਸਮਾਂ ਨਹੀਂ ਬਚਦਾ। ਤਾਂ ਸਾਡੇ ਇਨੀਸ਼ੀਏਟਿਵ, ਸਾਡੀ ਕੋਸ਼ਿਸ਼ ਹੈ ਮਾਸਟਰ ਕਲਾਸਿਸ ਦੇ ਪਲੇਟਫਾਰਮ ਤੇ ਕਿ ਕਰੰਟ ਅਫੇਅਰ ਤੁਹਾਨੂੰ ਇੰਨੇ ਕੁ ਬਰੋਡਲੀ ਅਸੀਂ ਡੇਲੀ ਬੇਸਿਸ ਤੇ ਇਹ ਦਿੰਦੇ ਰਹੀਏ ਇੰਨੇ ਕੁ ਕਿ ਤੁਸੀਂ ਆਉਣ ਵਾਲੇ ਪੇਪਰਾਂ 'ਚ ਕਰੰਟ ਇੱਥੋਂ ਹੀ ਇੰਨੇ ਕਵਰ ਕਰ ਦਿਓ ਕਿ ਤੁਹਾਨੂੰ ਹੋਰ ਕੋਈ ਜ਼ਰੂਰਤ ਨਾ ਪਵੇ। ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਹੈ। ਪੇਸ਼ੈਂਸ ਨਾਲ ਤੁਸੀਂ ਸੁਣਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।